ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾਂ ਕੀ ਸ਼ਰਨ ਪਿਆ ਸੁਖ ਪਾਈਐ, ਬਹੁੜ ਦੁਖ ਨਾ ਹੋਈ। ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬੰਛੈ,
ਜਿਨ ਹਰ ਨਾਮ ਹਿਰਦੈ ਪਰੋਈ। ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ। ਵਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਅਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰ ਰਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਅਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਸਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦੇ ਮਹੀਨੇ ਦਾ ਸ਼ਬਦ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਸ਼ਰਵਣ ਕੀਤਾ ਹੈ। ਆਓ ਕੇਵਲ ਤੇ ਕੇਵਲ 5-7 ਮਿੰਟ ਦੇ ਵਿੱਚ ਸ਼ਬਦ ਦੇ ਅੱਖਰੀ ਅਰਥਾਂ ਦੇ ਨਾਲ
ਸਤਿਗੁਰੂ ਦੇ ਉਪਦੇਸ਼ ਦੇ ਨਾਲ ਆਪਣੀ ਸੁਰਤ ਨੂੰ ਜੋੜਨ ਦਾ ਉਪਰਾਲਾ ਕਰੀਏ, ਤਾਂ ਕਿ ਸਾਨੂੰ ਇਹ ਸਮਝ ਪਵੇ ਕਿ ਸਤਿਗੁਰੂ ਜੀ ਨੇ ਸਾਨੂੰ ਇਸ ਮਹੀਨੇ ਦੇ ਵਿੱਚ, ਅੱਸੂ ਦੇ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਉਣ ਵਾਸਤੇ ਸਿਧਾਂਤ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਪਵਿੱਤਰ ਸ਼ਬਦ ਸਮੁੱਚੀ 12 ਮਾਹਾਂ ਦੀ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 133 ਤੇ ਮਾਝ ਰਾਗ ਵਿੱਚ ਸੁਭਾਏਮਾਨ ਹੈ। ਦੇਸੀ ਮਹੀਨਿਆਂ ਦੇ ਮੁਤਾਬਕ ਸਮੇਂ ਦੀ ਵੰਡ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਉਹਨਾਂ ਮਹੀਨਿਆਂ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦੀ ਰੰਗਤ ਕਿਵੇਂ ਸਾਡੇ ਹਿਰਦੇ ਤੇ ਚੜ੍ਹੇ, ਇਸ ਪਰਥਾਏ ਉਪਦੇਸ਼ ਦ੍ਰਿੜ ਕਰਵਾਇਆ ਹੈ। ਸ਼ਬਦ ਦੀ ਅਰੰਭਤਾ ਦੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਉਮਾਹੜਾ ਕਹਿੰਦੇ ਨੇ ਉਸ਼ਾਲੇ ਨੂੰ। ਸਤਿਗੁਰੂ ਜੀ ਕਹਿੰਦੇ ਅੱਸੂ ਦੇ ਮਹੀਨੇ ਦੇ ਵਿੱਚ ਮਨ ਦੇ ਵਿੱਚ ਇੱਕ ਤਾਂਘ ਪੈਦਾ ਹੋਈ, ਇੱਕ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੇ ਵਾਸਤੇ, ਗੁਰੂ ਦੇ ਸਿਧਾਂਤ ਨੂੰ ਸਮਝਣ ਵਾਸਤੇ ਹਿਰਦੇ ਦੇ ਪ੍ਰੇਮ ਨੇ ਉਛਾਲਾ ਮਾਰਿਆ। ਸਤਿਗੁਰੂ ਜੀ ਕਹਿੰਦੇ ਕਿਉਂ ਮਿਲੀਐ ਹਰ ਜਾਏ। ਕਿਉਂ ਤੋਂ ਭਾਵ ਹੈ ਕਿਵੇਂ, ਕਿਸ ਤਰ੍ਹਾਂ, ਕਿਸ ਤਰੀਕੇ ਦੇ ਨਾਲ ਪ੍ਰਭੂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਕਿਉਂਕਿ ਪਿਛਲਾ ਸਮਾਂ ਜਿਹੜਾ ਰੁੱਤਾਂ ਦੇ ਅਨੁਸਾਰ ਆਪਾਂ ਦੇਖਦੇ ਹਾਂ, ਬਸੰਤ ਤੋਂ ਬਾਅਦ ਗਰਮੀ ਦਾ ਮੌਸਮ, ਗਰਮੀ ਤੋਂ ਬਾਅਦ ਬਰਸਾਤਾਂ ਦਾ ਮੌਸਮ, ਤੇ ਬਰਸਾਤਾਂ ਤੋਂ ਬਾਅਦ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਰਦੀ ਦੀ ਰੁੱਤ ਆਰੰਭ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਉਦਾਹਰਨ ਦਿੱਤੀ ਕਿ ਜਿਵੇਂ ਭਾਦੋਂ ਦੇ ਅੱਤ ਦੇ ਗੁੰਮੇ ਵਿੱਚ, ਅੱਤ ਦੀ ਗਰਮੀ ਦੇ ਵਿੱਚ ਜਿਵੇਂ ਮਨੁੱਖ ਆਪਣੇ ਜੀਵਨ ਨੂੰ ਬਤੀਤ ਕਰਦਾ ਏ, ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਵਾਂਝਾ ਮਨੁੱਖ, ਪਰਮਾਤਮਾ ਦੇ ਨਾਲੋਂ ਟੁੱਟਾ ਹੋਇਆ ਮਨੁੱਖ ਲੰਘੇ ਹੋਏ ਮਹੀਨੇ ਦੇ ਵਾਂਗ ਆਪਣੇ ਹਿਰਦੇ ਦੇ ਵਿੱਚ ਸਦਾ ਹੀ ਤਪਦਾ ਰਹਿੰਦਾ ਹੈ। ਫਿਰ ਜਦੋਂ ਇਹ ਸਮਾਂ ਬਤੀਤ ਹੋਇਆ, ਅੱਸੂ ਦੀ ਮਿੱਠੀ ਜੀ ਰੁੱਤ ਆਈ, ਤੇ ਉਦੋਂ ਮਨ ਦੇ ਅੰਦਰ ਤਾਂਘ ਪੈਦਾ ਹੋਈ ਕਿ ਕਿਵੇਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਅੰਦਰ ਵਸਾਇਆ ਜਾਵੇ। ਸਤਿਗੁਰੂ ਜੀ ਕਹਿੰਦੇ ਹਨ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੁਣ ਮੇਰੇ ਹਿਰਦੇ ਦੇ ਅੰਦਰ ਇੱਕ ਪ੍ਰਭੂ ਨੂੰ ਮਿਲਣ ਵਾਸਤੇ ਤਾਂਘ ਪ੍ਰਾਪਤ ਹੋਈ ਹੈ। ਹਿਰਦੇ ਦੇ ਅੰਦਰ ਇਹ ਤਮੰਨਾ ਪ੍ਰਗਟ ਹੋਈ ਹੈ ਕਿ ਮੇਰਾ ਮਿਲਾਪ ਪ੍ਰਭੂ ਪਰਮਾਤਮਾ ਦੇ ਨਾਲ ਹੋਵੇ। ਇੱਥੇ ਸਤਿਗੁਰੂ ਜੀ ਨੇ ਗੱਲ ਕੀਤੀ ਕੋਈ ਆਣ ਮਿਲਾਵੇ ਮਾਏ। ਇਸ ਦਾ ਭਾਵ ਹੈ, ਇਹ ਮਾਂ ਕੋਈ ਮੈਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦੇਵੇ। ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜ਼ਿੰਦਗੀ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨਾ ਔਰ ਗੁਰੂ ਦੇ ਉਪਦੇਸ਼ ਦੁਆਰਾ ਜ਼ਿੰਦਗੀ ਬਸਰ ਕਰਨੀ, ਇਹ ਮਨੁੱਖ ਦੇ ਕਰਮਾਂ ਦੇ ਉੱਪਰ ਨਿਰਭਰ ਕਰਦਾ ਹੈ। ਜਿਹੋ ਜਿਹੇ ਮਨੁੱਖ ਕਰਮ ਕਰੇਗਾ, ਉਹੋ ਜਿਹਾ ਹੀ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਨਤੀਜਾ ਭੁਗਤਣਾ ਪੈਂਦਾ ਹੈ। ਪਰ ਇੱਥੇ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਮਿਲਾਪ ਦੀ ਗੱਲ ਹੈ, ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਦੀ ਗੱਲ ਆਉਂਦੀ ਏ, ਤੇ ਉੱਥੇ ਸਤਿਗੁਰੂ ਜੀ ਨੇ ਆਖਿਆ ਹੈ ਕੋਈ ਆਣ ਮਿਲਾਵੇ ਮਾਏ। ਹੁਣ ਕੌਣ ਹੈ ਜਿਹੜਾ ਸਾਨੂੰ ਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ ਮਿਲਾ ਸਕਦਾ ਹੈ? ਤਾਂ ਗੁਰੂ ਸਵਾਰਿਓ, ਦੁਨੀਆ ਦੇ ਅੰਦਰ ਭਾਵੇਂ ਦੇਹਧਾਰੀ ਗੁਰੂਆਂ ਨੇ ਬੜੇ ਭਰਮਾਂ ਭੁਲੇਖਿਆਂ ਦੇ ਵਿੱਚ ਪਾ ਦਿੱਤਾ, ਕੰਨ ਦੇ ਵਿੱਚ ਮੰਤਰ ਤੱਕ ਵੀ ਦੇਣ ਤੱਕ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ, ਪਰ ਅਸਲ ਦੇ ਵਿੱਚ ਸਤਿਗੁਰੂ ਨੇ ਜੋ ਸਾਨੂੰ ਸਿਧਾਂਤ ਦ੍ਰਿੜ ਕਰਵਾਇਆ ਉਹ ਹੈ ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ। ਕਿਉਂਕਿ ਸਤਿਗੁਰੂ ਦੀ ਬਾਣੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਹੈ, ਬਾਣੀ ਗੁਰੂ
गुरु है बाणी विच बाणी अमृत सारे। गुर बाणी कह सेवक जन मानै प्रतख गुरु निस्तारे। सतगुरु ने सानू ये सिद्धांत दृढ़ करवाया कि गुरु तो बिना, गुरु दे शब्द तो बिना होर कोई देहधारी गुरु नहीं हो सकता। जदों गुरु नानक देव पातशाह जी नू समेर पर्बत ते सिद्धां ने सवाल किया कि तेरा गुरु कौन है, उस वेले भी धन श्री गुरु नानक देव पातशाह जी ने यही बचन कीते सी, शब्द गुरु सुरत धुन चेला। मेरा कोई देहधारी गुरु नहीं, मेरा गुरु है शब्द, मेरा गुरु है ज्ञान। ते सतगुरु जी ने उसे ज्ञान की गल कीती है कि कोई आन मिलावे माए। आन मिलावे माए तो भाव है कि गुरु दे ज्ञान तो बिना, गुरु दे सिद्धांत नूं समझण तो बिना साडा प्रभु परमात्मा दे नाम दे नाल साडी सांझ नहीं बन सकती, साडा संबंध नहीं जुड़ सकता। इस करके सतगुरु जी ने सानू हर रोज़ ये सिद्धांत दृढ़ करवाया। गुरु अमरदास पातशाह जी हर रोज़ सानू आवाज़ां मारदे होए ये गल आखदे ने, आवो सिख सतगुरु के प्यारे हो, गावो सच्ची बाणी। क्योंकि बाणी दे नाल जुड़ के ही असीं अपने जीवन दे अंदर टिकाओ प्राप्त कर सकते हाँ। गुरु दे शब्द द्वारा ही अपने हिरदे की अज्ञानता नूं खत्म करके ज्ञान प्रकाश प्राप्त कर सकते हाँ। गुरु दे ज्ञान द्वारा ही साडे हिरदे दे विच माड़े जिहड़े साडे कर्म ने उन्हां नूं असीं चंगियां बना सकते हाँ। ਪਹਿਲਾਂ भी आप जी दे नाल एक कई बार विचार साझी कीती है। साडे तन दे उपर लगी हुई मिट्टी, साडे बस्तर मलीन होए, उन्हां नूं असीं पानी ते साबन दे नाल साफ कर सकते हैं। पर जे साडी मत मलीन हो जावे, उन्हों किसी साबन दे नाल साफ नहीं किया जा सकता, उन्हों किसी सर्फ दे नाल जां वधिया कैमिकल दे नाल साफ नहीं किया जा सकता। जे साडी सोच मलीन है, जे साडी मत मलीन है, साडे जीवन दे अंदर साडे कर्म मलीन हो गए, तो उन्हां नूं धोण दा, उन्हां नूं साफ करन दा इक्को ही एक तरीका है, वह है गुरु दा नाम, गुरु दा शब्द। धन श्री गुरु ग्रंथ साहिब महाराज जी की पवित्र बाणी, धन श्री गुरु नानक देव पातशाह जी दे आपां हर रोज़ ही बचन पढ़ते हाँ। भरीए हथ पैर तन दे, पानी धोतै उतर सिखे, मूत पलीती कपड़ होए, दे साबून लईए ओ धोए। पातशाह जी कहते भरीए मत पापां कै संग, ओ धोपै नामे के रंग। प्रभु परमात्मा दे नाम दे नाल जुड़ के परमात्मा दे गुणां नूं ग्रहण करके ही असीं अपने हिरदे दे विचों अज्ञानता दूर कर सकते हाँ। धन श्री गुरु अर्जन देव पातशाह जी किरपा करते हैं कि हिरदे दे अंदर हुण प्यास लगी है, हुण तांग उठी है। सब तो वड्डी गल कि साडे जीवन दे अंदर जदों साडी तांग पैदा हो जावे, हुण मन के चलो जे मनुख ने सवेरे प्रशादा छकिया होवे, किसी दे घर चले जाइए ते असीं सानू कोई प्रशादा छकण वास्ते आखे तो साडा इक्को ही जवाब हुंदा है कि हुणे प्रशादा छक के आए हाँ। पानी पीता है, जे प्यास नहीं तो पानी सानू वधिया नहीं लगेगा, क्योंकि प्यास नहीं है। तो जदों प्यास लगी होवे, कदी असीं ये नहीं कहा कि ये पानी टूटी दा है, ये पानी नलके दा है, जां ये पानी किसी बंबी दा बोर दा है। असीं ये नहीं दावा करते। जदों प्यास लग गई उदों केवल ते केवल संबंध साडा पानी दे नाल है, क्योंकि पानी दे नाल ही तन दी प्यास बुझेगी। इस तरह गुरु सवारियो, जदों गुरु दा शब्द साडे हिरदे दे अंदर गुरु दे ज्ञान नूं प्राप्त करन दी तांग पैदा कर दिंदा है, प्यास पैदा कर दिंदा है, तो फिर सतगुरु जी कहंदे उदों मन दे अंदर ये आवाज़ आउंदी है कि हुण कोई मैनूं उस प्रभु परमात्मा दे नाम दे नाल जोड़ देवे, हुण मैनूं गुरु दे चरनां दे नाल कोई जोड़ देवे। ते जोड़ना किन्ने है? गुरु दी बाणी ने, किसी देहतारी ने नहीं। गुरु सवारियो ठीक है, जिहड़े परमात्मा दी भजन बंदगी करदे ने वो सत्कारयोग हो सकते ने, जिन्हां ने समाज नूं कोई चंगा कारज करके दिखाया, जिन्हां ने समाज दे वास्ते कुछ सहूलत दिती, उन्हां दा सत्कार असी करना है। पर पातशाह जी की बाणी कहती है, गुर बिन घोर अंधार, गुरु बिन समझ ना आवे। गुरु तो बिना अंधकार है, गुरु तो बिना हनेरा है। तो हनेरा साडे जीवन दे अंदर उदों ही है जिन्नी देर तक चानन नहीं। जदों चानन आ गया
ਉਦੋਂ ਹਨੇਰਾ ਖਤਮ ਹੋ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਜਦੋਂ ਮੈਨੂੰ ਗੁਰੂ ਉਹ ਮਾਲਕ ਪ੍ਰਭੂ ਪਰਮਾਤਮਾ ਦੇ ਨਾਲ ਜੋੜਨ ਵਾਲਾ ਮਿਲ ਜਾਵੇ ਤਾਂ ਫਿਰ ਮੈਂ ਆਪਣਾ ਆਪ ਵੀ ਕੁਰਬਾਨ ਕਰ ਦੇਵਾਂ, ਆਪਣਾ ਆਪ ਵੀ ਉਸ ਤੋਂ ਨਿਸ਼ਾਵਰ ਕਰ ਦੇਵਾਂ ਜਿਹੜਾ ਮੈਨੂੰ ਸੱਚੇ ਮਾਲਕ ਪ੍ਰਭੂ ਪਰਮਾਤਮਾ ਦੇ ਨਾਲ ਜੋੜ ਦੇਵੇ। ਅੱਗੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਜਿਹੜੇ ਸੰਤ ਜਨ ਨੇ, ਸੰਤ ਜਨ ਗੁਰਮੁਖ ਪਿਆਰੇ ਜਿਹੜੇ ਪ੍ਰਭੂ ਪਰਮਾਤਮਾ ਦੇ ਭਾਣੇ ਦੇ ਵਿੱਚ ਉਹਦੀ ਰਜ਼ਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ। ਇਹ ਨਹੀਂ ਅੱਜ ਦੇ ਸਮੇਂ ਦੇ ਵਿੱਚ ਤਾਂ ਆਪਾਂ ਐਸੇ ਵੀ ਦੇਖ ਸਕਦੇ ਹਾਂ ਜਿਹੜੇ ਆਪਣੇ ਡੇਰੇ ਵੱਡੇ ਕਰਨ ਪਿੱਛੇ ਲੱਗੇ ਹੋਏ ਨੇ, ਜਿਨ੍ਹਾਂ ਦੀ ਆਪਣੀ ਸੰਗਤ ਹੈ, ਆਪਣਾ ਅੰਮ੍ਰਿਤ ਦੀ ਦਾਤ ਹੈ, ਆਪਣੀ ਰਹਿਤ ਮਰਜ਼ਾਦਾ ਹੈ, ਉਹਨਾਂ ਨੂੰ ਸੰਤ ਨਹੀਂ ਆਖਿਆ ਜਾ ਸਕਦਾ। ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਜਿਹੜੇ ਕੇਵਲ ਬਾਣੀ ਦੇ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੇ ਨੇ, ਸਤਿਗੁਰੂ ਦੀ ਬਾਣੀ ਕਹਿੰਦੀ ਉਹ ਹਰੀ ਦੇ ਸੰਤ ਨਹੀਂ ਹੋ ਸਕਦੇ। ਉਹ ਤਾਂ ਆਪਣੇ ਜੀਵਨ ਦੇ ਅੰਦਰ ਉਹਨਾਂ ਠੱਗਾਂ ਦੇ ਵਾਂਗ ਹੈ ਜਿਹੜੇ ਲੋਕਾਂ ਨੂੰ ਭਰਮ ਭੁਲੇਖਿਆਂ ਦੇ ਵਿੱਚ ਪਾ ਕੇ ਠੱਗਦੇ ਨੇ। ਸੰਤ ਕਿਹੜੇ ਨੇ? ਸੰਤ ਉਹ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਇੱਕ ਖਿਣ ਵਾਸਤੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚੋਂ ਭੁੱਲਦਾ ਨਹੀਂ, ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਪਰਮਾਤਮਾ ਦੀ ਯਾਦ ਕਦੀ ਖਤਮ ਨਹੀਂ ਹੁੰਦੀ, ਉਹ ਸੰਤ ਜਨ ਨੇ। ਉਹਨਾਂ ਦੀ ਜੇ ਸੰਗਤ ਪ੍ਰਾਪਤ ਹੋਵੇ, ਉਹਨਾਂ ਦੀ ਸਤ ਸੰਗਤ ਕਰਨ ਦਾ ਜੇ ਮੌਕਾ ਪ੍ਰਾਪਤ ਹੋਵੇ ਤੇ ਪਾਤਸ਼ਾਹ ਜੀ ਕਹਿੰਦੇ ਹਨ ਉਹ ਜਿਹੜੇ ਸੰਤ ਜਨ ਨੇ ਉਹ ਪ੍ਰੇਮ ਦੇ, ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਦਾ ਇੱਕੋ ਹੀ ਇੱਕ ਵਸੀਲਾ ਹੈ ਗੁਰੂ ਸਵਾਰਿਓ, ਸਤਿਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਪਾ ਲੈਣਾ। ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦਾ ਇੱਕੋ ਹੀ ਇੱਕ ਮਨੁੱਖ ਦੇ ਕੋਲ ਤਰੀਕਾ ਹੈ, ਇੱਕੋ ਹੀ ਇੱਕ ਉਪਰਾਲਾ ਹੈ, ਉਹ ਹੈ ਪ੍ਰੇਮ, ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਨਾ। ਕਿਉਂਕਿ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ। ਤੇ ਪ੍ਰੇਮ ਕੈਸਾ ਹੋਵੇ? ਐਸਾ ਪਿਆਰ ਪ੍ਰਭੂ ਪਰਮਾਤਮਾ ਦੇ ਨਾਲ ਬਣ ਜਾਵੇ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਹਨ, ਰੇ ਮਨ ਐਸੀ ਹਰਸਿਓ ਪ੍ਰੀਤ ਕਰ। ਪ੍ਰੀਤ ਦਾ ਭਾਵ ਹੈ ਪਿਆਰ ਕਰਨਾ, ਪ੍ਰੇਮ ਕਰਨਾ। ਕਿ ਹੇ ਮਨਾ ਤੂੰ ਹਰੀ ਦੇ ਨਾਮ ਦੇ ਨਾਲ ਇਸ ਤਰ੍ਹਾਂ ਦੀ ਪ੍ਰੀਤ ਕਰਕੇ ਹੋ ਜੀ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇਹ ਲਹਿਰੀ ਨਾਲ ਪਿਛਾੜੀਐ ਪੀ ਵਿਗਸੈ ਅਸਨੇਹ। ਸਤਿਗੁਰੂ ਜੀ ਕਹਿੰਦੇ ਜਿਵੇਂ ਇੱਕ ਮੱਛੀ ਪਾਣੀ ਦੇ ਨਾਲ ਪ੍ਰੇਮ ਕਰਦੀ ਏ, ਉਵੇਂ ਤੂੰ ਵੀ ਉਸ ਮਾਲਕ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੇਮ ਕਰ। ਜਿਵੇਂ ਦੁੱਧ ਦਾ ਤੇ ਪਾਣੀ ਦਾ ਆਪਸ ਦੇ ਵਿੱਚ ਪ੍ਰੇਮ ਹੈ, ਆਪਾਂ ਸਾਰੇ ਹੀ ਜਾਣਦੇ, ਜਦੋਂ ਘਰ ਦੇ ਵਿੱਚ ਦੁੱਧ ਨੂੰ ਉਬਾਲਣ ਵਾਸਤੇ ਅਸੀਂ ਰੱਖਦੇ ਹਾਂ ਤੇ ਘਰ ਦੀ ਸਵਾਣੀ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਦਿੰਦੀ ਏ। ਕਿਉਂ? ਕਿਉਂਕਿ ਜੇਕਰ ਅੱਗ ਉਸ ਦੁੱਧ ਨੂੰ ਸਾੜਨ ਦਾ ਯਤਨ ਕਰੇਗੀ ਤੇ ਪਾਣੀ ਉਸ ਦੁੱਧ ਦੇ ਸੜਨ ਤੋਂ ਪਹਿਲਾਂ ਆਪਣੇ ਆਪ ਨੂੰ ਸਾੜ ਦਿੰਦਾ ਹੈ। ਸਤਿਗੁਰੂ ਜੀ ਨੇ ਬੇਕਮਾਲ ਉਦਾਹਰਨਾਂ ਦੇ ਕੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਸਾਡਾ ਇਹੋ ਜਿਹਾ ਪ੍ਰੇਮ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ ਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਜਿਹੜੇ ਮਾਲਕ ਪ੍ਰਭੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਜਿਹੜੇ ਗੁਰਮੁਖ ਜਨ ਪ੍ਰਭੂ ਦੇ ਪਿਆਰੇ ਨੇ, ਉਹ ਪ੍ਰੇਮ ਦੇ ਪਾਂਦੀ ਜਿਹੜੇ ਮਨੁੱਖ ਨੇ ਉਹਨਾਂ ਦੇ ਸਹਾਇਕ ਬਣਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਹਉ ਤਿਨ ਕੈ ਲਾਗਾ ਪਾਏ, ਮੈਂ ਉਹਨਾਂ ਦੇ ਜਾ ਕੇ ਚਰਨੀ ਲੱਗਾ, ਉਹਨਾਂ ਦੀ ਸੇਵਾ ਕਰਾਂ, ਉਹਨਾਂ ਦੀ ਸੇਵਾ ਦੇ ਵਿੱਚ ਜੁੜ ਕੇ ਪ੍ਰਭੂ ਪਰਮਾਤਮਾ ਦਾ ਨਾਮ ਮੈਨੂੰ ਪ੍ਰਾਪਤ ਹੋਵੇਗਾ। ਸਤਿਗੁਰੂ ਦੀ ਪਾਵਨ ਬਾਣੀ ਦੇ ਅੰਦਰ ਆਪਾਂ ਇਹ ਵਾਰ-ਵਾਰ ਉਪਦੇਸ਼ ਦ੍ਰਿੜ ਕਰਵਾਉਂਦੇ ਹਾਂ। ਗੁਰੂ ਕੇ ਸਿੱਖ ਨੇ ਜਿੱਥੇ ਆਪ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ, ਉੱਥੇ ਸਤਿਗੁਰੂ ਜੀ ਕਹਿੰਦੇ ਹਨ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਜਿਹੜਾ ਆਪ ਵੀ ਪ੍ਰਭੂ ਦਾ ਨਾਮ ਜਪਦਾ ਏ ਤੇ ਹੋਰਾਂ ਨੂੰ ਵੀ ਪ੍ਰਭੂ ਦੇ ਨਾਮ ਦੇ ਨਾਲ ਜੋੜਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਮੈਂ ਐਸੇ ਗੁਰਮੁਖ ਜਨ ਜਿਹੜੇ ਪ੍ਰਭੂ ਪਰਮਾਤਮਾ ਦੇ ਪਿਆਰੇ ਨੇ, ਉਹਨਾਂ ਦੇ ਪੈਰੀਂ ਲੱਗਾ, ਭਾਵ ਕਿ ਉਹਨਾਂ ਦੀ ਸੇਵਾ ਕਰਾਂ, ਉਹਨਾਂ ਦੇ ਸੰਗਤ ਕਰਾਂ ਤਾਂ ਕਿ ਮੈਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੋ ਸਕੇ। ਵਿਨ ਪ੍ਰਭ ਕਿਉਂ ਸੁਖ ਪਾਈਐ
ਦੂਜੀ ਨਾਹੀ ਜਾਏ। ਗੁਰੂ ਸਵਾਰਿਓ, ਇੱਕ ਗੱਲ ਪਾਤਸ਼ਾਹ ਜੀ ਕਹਿੰਦੇ ਹਿਰਦੇ ਦੇ ਵਿੱਚ ਪੱਕੀ ਕਰ ਲਓ ਕਿ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕਿਤਿਓਂ ਵੀ ਸਾਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਦੁਨੀਆ ਦੇ ਪਦਾਰਥ ਸਾਨੂੰ ਕੁਝ ਸਮਾਂ ਸੁੱਖ ਦੇ ਸਕਦੇ ਨੇ। ਦੁਨੀਆ ਦੇ ਪਦਾਰਥ ਤੇ ਧਨ ਦੌਲਤ ਦੇ ਵਿੱਚੋਂ ਉਹ ਸੁੱਖ ਮਿਲਦਾ ਹੈ ਜਿਹੜਾ ਸਦਾ ਨਹੀਂ ਰਹਿੰਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਵਿਣ ਪ੍ਰਭ ਕਿਉਂ ਸੁੱਖ ਪਾਈਐ, ਪ੍ਰਭੂ ਤੋਂ ਬਿਨਾਂ ਹੋਰ ਕਿਤਿਓਂ ਵੀ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਦੂਜੀ ਨਾ ਹੀ ਜਾਏ, ਹੋਰ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੋਂ ਸਾਨੂੰ ਸਦੀਵੀ ਸੁੱਖ ਸਾਡੇ ਹਿਰਦੇ ਦਾ ਟਿਕਾ ਮਿਲ ਸਕੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਪ੍ਰੇਮ ਰਸ ਨੂੰ ਚੱਖ ਲਿਆ ਹੈ, ਪ੍ਰਾਪਤ ਕਰ ਲਿਆ ਏ, ਜਿਨ੍ਹਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਦਾ ਗੁਰੂ ਨੇ ਉਪਦੇਸ਼ ਦ੍ਰਿੜ ਕਰਵਾ ਦਿੱਤਾ ਤੇ ਉਹ ਚੱਲਣ ਦਾ ਯਤਨ ਵੀ ਕਰਦੇ ਨੇ, ਉਹਨਾਂ ਨੂੰ ਫਿਰ ਦੁਨੀਆ ਦੇ ਵੱਡੇ ਵੱਡੇ ਭਾਵੇਂ ਮੁਸ਼ਕਲਾਂ ਮੁਸੀਬਤਾਂ ਆ ਜਾਣ, ਉਹ ਮੁਸ਼ਕਲਾਂ ਤੇ ਮੁਸੀਬਤਾਂ ਦੇ ਵਿੱਚ ਘਬਰਾਉਂਦੇ ਨਹੀਂ, ਸੱਚ ਦਾ ਮਾਰਗ ਕਦੀ ਛੱਡਦੇ ਨਹੀਂ। ਜਿਨ੍ਹਾਂ ਨੂੰ ਗੁਰੂ ਨੇ ਸੱਚ ਦੇ ਮਾਰਗ ਦਾ ਪਾਂਧੀ ਬਣਾ ਦਿੱਤਾ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਪ੍ਰੇਮ ਰਸ ਚੱਖ ਲਿਆ। ਅਸੀਂ ਤਾਂ ਦੁਨੀਆ ਦੇ ਰਸਾਂ ਦੇ ਵਿੱਚ ਪਏ ਹਾਂ, ਧਨ ਦੌਲਤ ਦਾ ਰਸ, ਧੀਆਂ ਪੁੱਤਰਾਂ ਦਾ ਰਸ, ਦੁਨੀਆ ਦੇ ਪਦਾਰਥ ਇਕੱਠੇ ਕਰਨ ਦਾ ਰਸ, ਇਹਨਾਂ ਰਸਾਂ ਦੇ ਵਿੱਚ ਹੀ ਖਚਤ ਹੋ ਕੇ ਮਨੁੱਖ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਏ। ਸਤਿਗੁਰੂ ਜੀ ਕਹਿੰਦੇ ਨਹੀਂ, ਇਹਨਾਂ ਸਾਰੇ ਰਸਾਂ ਤੋਂ ਸ੍ਰੇਸ਼ਟ ਰਸ ਹੈ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ। ਤੇ ਜਿਹਨੂੰ ਇਹ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਫਿਰ ਪਾਤਸ਼ਾਹ ਜੀ ਕਹਿੰਦੇ ਤ੍ਰਿਪਤ ਰਹੇ ਆਗਾਏ, ਉਹ ਫਿਰ ਤ੍ਰਿਪਤ ਹੋ ਜਾਂਦੇ ਨੇ। ਤ੍ਰਿਪਤ ਦਾ ਭਾਵ ਹੈ ਰੱਜ ਜਾਣਾ, ਤ੍ਰਿਪਤ ਦਾ ਭਾਵ ਹੈ ਸੰਤੁਸ਼ਟ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਪ੍ਰਭੂ ਪਰਮਾਤਮਾ ਦੇ ਅੰਮ੍ਰਿਤ ਰੂਪੀ ਰਸ ਨੂੰ ਪ੍ਰਾਪਤ ਕਰ ਲਿਆ, ਚੱਖ ਲਿਆ, ਉਹ ਤ੍ਰਿਪਤ ਹੋ ਜਾਂਦੇ ਨੇ। ਆਪ ਤਿਆਗ ਬਿਨਤੀ ਕਰੇ ਲੇਹੋ ਪ੍ਰਭੂ ਲੜ ਲਾਏ। ਉਹ ਆਪਣਾ ਆਪ ਤਿਆਗ ਕੇ, ਆਪਣਾ ਆਪ ਤਿਆਗਣਾ ਗੁਰੂ ਸਵਾਰਿਓ ਬੜਾ ਮੁਸ਼ਕਲ ਹੈ। ਆਪਣਾ ਆਪ ਤਿਆਗਣ ਤੋਂ ਭਾਵ ਹੈ ਹੰਕਾਰ ਨੂੰ ਛੱਡ ਦੇਣਾ। ਇੱਥੇ ਦੁਨੀਆ ਦੇ ਪਦਾਰਥਾਂ ਦਾ ਹੰਕਾਰ ਤਾਂ ਬੜੀ ਦੂਰ ਦੀ ਗੱਲ, ਇੱਥੇ ਧਰਮ ਦੇ ਰਸਤੇ 'ਤੇ ਚੱਲਣ ਵਾਲੇ ਮਨੁੱਖ ਵੀ ਹੰਕਾਰੀ ਹੋ ਜਾਂਦੇ ਨੇ। ਮੇਰੇ ਵਰਗਾ ਅੰਮ੍ਰਿਤ ਵੇਲੇ ਜੇ ਉੱਠ ਪਵੇ, ਨਿਤਨੇਮ ਕਰਨ ਲੱਗ ਜਾਵੇ, ਉਹਦੇ ਹਿਰਦੇ ਦੇ ਅੰਦਰ ਇਹੀ ਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਬਾਣੀ ਪੜ੍ਹਨ ਵਾਲਾ ਨਹੀਂ। ਜੇਕਰ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਸਾਨੂੰ ਗੁਰੂ ਦੇ ਦਰਸ਼ਨ ਕਰਨ ਦਾ, ਮਿਲਾਪ ਕਰਨ ਦਾ ਮੌਕਾ ਪ੍ਰਾਪਤ ਕਰਨ ਦਾ ਗੁਰੂ ਸਾਹਿਬ ਸੁਭਾਗ ਬਖਸ਼ਿਸ਼ ਕਰ ਦੇਣ, ਤੇ ਮਨੁੱਖ ਦੇ ਹਿਰਦੇ ਦੇ ਅੰਦਰ ਇਹੀ ਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੇਰੇ ਵਰਗਾ ਧਰਮੀ ਤਾਂ ਕੋਈ ਹੋ ਹੀ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਆਪ ਤਿਆਗ, ਜਿਨ੍ਹਾਂ ਨੇ ਆਪਣਾ ਆਪ ਤਿਆਗ ਦਿੱਤਾ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਹੰਕਾਰ ਨੂੰ ਛੱਡ ਦਿੱਤਾ। ਸਤਿਗੁਰੂ ਦੇ ਪਾਵਨ ਬਚਨ ਆਪਾਂ ਜਦੋਂ ਪੜ੍ਹਦੇ ਹਾਂ, ਜੋ ਤਾਂ ਪ੍ਰੇਮ ਖੇਲਣ ਕਾ ਚਾਓ। ਪ੍ਰੇਮ ਦਾ ਭਾਵ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਉਣੀ। ਜੋ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਥੇ ਵੀ ਪ੍ਰੇਮ ਦੀ ਗੱਲ ਕੀਤੀ ਤੇ ਇੱਥੇ ਵੀ ਇਹ ਗੱਲ ਆਖੀ ਕਿ ਆਪਣਾ ਸਿਰ ਤਲੀ ਤੇ ਰੱਖ ਕੇ ਆਈ। ਇਹਦਾ ਭਾਵ ਇਹ ਕਿ ਹੰਕਾਰ ਛੱਡ ਕੇ ਆਈ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾ ਲਈ, ਆਪ ਤਿਆਗ ਬੇਨਤੀ ਕਰੇ, ਉਹ ਆਪਣਾ ਆਪ ਤਿਆਗ ਕੇ ਇਹ ਬੇਨਤੀ ਕਰਦੇ ਨੇ, ਲੇਹੋ ਪ੍ਰਭੂ ਲੜ ਲਾਏ, ਹੇ ਪ੍ਰਭੂ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕੀਤਾ ਤੇ ਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਗੁਰਮੁਖ ਜਨ ਜੀਵ ਇਸਤਰੀਆਂ ਨੂੰ ਗਿਆਨ ਦੇ ਦਿੱਤਾ, ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਪਾਤਸ਼ਾਹ ਜੀ ਕਹਿੰਦੇ ਵਿਛੜ ਕਤੇ ਨਾ ਜਾਏ, ਭਾਵੇਂ ਦੁੱਖ ਆਵੇ ਭਾਵੇਂ ਸੁੱਖ ਆਵੇ, ਉਹ ਕਦੀ ਵੀ ਆਪਣੇ ਹਿਰਦੇ ਦੇ ਵਿੱਚੋਂ ਪਰਮਾਤਮਾ ਨੂੰ ਭੁਲਾਉਂਦੇ ਨਹੀਂ, ਉਹ ਕਦੀ ਵੀ ਪਰਮਾਤਮਾ ਤੋਂ ਵਿਛੜਦੇ ਨਹੀਂ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨਾਏ। ਪ੍ਰਭੂ ਤੋਂ ਬਿਨਾਂ ਹੋਰ ਇਸ ਸੰਸਾਰ ਦੇ ਅੰਦਰ ਕੋਈ ਦੂਜਾ ਨਹੀਂ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਹੇ ਨਾਨਕ ਮੈਂ ਐਸੇ ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਹਾਂ। ਗੁਰੂ ਕਿਰਪਾ ਕਰਕੇ ਮੈਨੂੰ ਇਹ ਸਿਧਾਂਤ ਬਖਸ਼ਿਸ਼ ਕਰੋ ਕਿ ਮੇਰੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਹਨ, ਅੱਸੂ ਸੁਖੀ ਵਸੰਦੀਆਂ। ਅੱਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀਆਂ ਸੁਖੀ ਵਸਦੀਆਂ ਹਨ। ਉਹਨਾਂ ਦੇ ਹਿਰਦੇ ਦੇ ਅੰਦਰ ਸਦਾ ਹੀ ਆਨੰਦ ਤੇ ਖੇੜਾ ਬਣਿਆ ਰਹਿੰਦਾ ਹੈ। ਕਿੰਨਾਂ ਦੇ? ਜਿਨ੍ਹਾਂ ਮਇਆ ਹਰ ਰਾਏ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ
ਹਰੀ ਨੂੰ, ਅਕਾਲ ਪੁਰਖ ਨੂੰ ਆਪਣੇ ਹਿਰਦੇ ਦੇ ਅੰਦਰ ਮਾਣ ਲਿਆ। ਮਇਆ ਤੋਂ ਭਾਵ ਹੈ ਮਾਨਣਾ। ਪ੍ਰਭੂ ਪਰਮਾਤਮਾ ਨੂੰ ਜਿਨ੍ਹਾਂ ਨੇ ਮਾਣ ਲਿਆ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਆਪਣੀ ਸਾਂਝ ਬਣਾ ਲਈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਇਹ ਸਿਧਾਂਤ ਬਖਸ਼ਿਸ਼ ਕਰਦੇ ਹਨ ਕਿ ਅੱਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀਆਂ ਭਾਗਾਂ ਵਾਲੀਆਂ ਨੇ, ਭਾਵ ਕਿ ਉਹ ਮਨੁੱਖ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਔਰ ਉਹਦੇ ਵਿੱਚੋਂ ਗਿਆਨ ਪ੍ਰਾਪਤ ਕਰਕੇ, ਤੱਤ ਪ੍ਰਾਪਤ ਕਰਕੇ, ਸੱਚੇ ਗੁਣਾਂ ਦੇ ਨਾਲ ਸਾਂਝ ਪਾ ਕੇ, ਚੰਗੇ ਗੁਣਾਂ ਦੇ ਨਾਲ ਸਾਂਝ ਪਾ ਕੇ ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ। ਗੁਰੂ ਸਵਾਰਿਓ, ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨਾ ਤੇ ਉਹਦੀ ਹਿਰਦੇ ਦੇ ਅੰਦਰ ਕਮਾਈ ਕਰਨੀ, ਉਸ ਕਮਾਈ ਦੇ ਦੁਆਰਾ ਹੀ ਸਾਡਾ ਜੀਵਨ ਤਬਦੀਲ ਹੋਵੇਗਾ। ਤਾਂ ਹੀ ਸਤਿਗੁਰੂ ਦੀ ਬਾਣੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਕਿ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਸਤਿਗੁਰੂ ਜੀ ਕਹਿੰਦੇ ਜਿਵੇਂ ਘਰ ਦੇ ਵਿੱਚ ਸਵਾਣੀ ਦੁੱਧ ਨੂੰ ਜਾਗ ਲਗਾਇਆ ਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਮੱਖਣ ਕੱਢਣਾ ਹੈ, ਤੇ ਉਹ ਘਰ ਦੀ ਸਵਾਣੀ ਬੜੇ ਪ੍ਰੇਮ ਦੇ ਨਾਲ, ਕੋਈ ਕਾਹਲੀ ਨਹੀਂ, ਬੜੇ ਪ੍ਰੇਮ ਦੇ ਨਾਲ ਉਸ ਦੁੱਧ ਨੂੰ ਰਿੜਕਦੀ ਏ ਤੇ ਉਹਦੇ ਵਿੱਚੋਂ ਮੱਖਣ ਪ੍ਰਾਪਤ ਹੋ ਜਾਂਦਾ ਏ। ਗੁਰੂ ਸਵਾਰਿਓ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰੀਏ। ਸਤਿਗੁਰੂ ਦੇ ਸ਼ਬਦ ਦੁਆਰਾ ਸਾਨੂੰ ਪਤਾ ਲੱਗੇਗਾ ਕਿ ਕਿਹੜੀ ਕਮੀ ਸਾਡੇ ਜੀਵਨ ਦੇ ਵਿੱਚ ਹੈ, ਉਸ ਕਮੀ ਨੂੰ ਦੂਰ ਕਰਕੇ ਸੱਚ ਦੇ ਮਾਰਗ ਦੇ ਧਾਰਨੀ ਬਣੀਏ। ਨਿਤਨੇਮ ਕਰੀਏ, ਸਹਿਜ ਪਾਠ ਕਰੀਏ, ਗੁਰੂ ਦੇ ਉਪਦੇਸ਼ ਦੇ ਨਾਲ ਸਾਂਝ ਪਾ ਕੇ ਵਹਿਮਾਂ ਭਰਮਾਂ ਪਖੰਡਾਂ ਤੋਂ ਆਪਣੇ ਆਪ ਨੂੰ ਬਚਾ ਕੇ ਗੁਰੂ ਦਾ ਉਪਦੇਸ਼ ਤੇ ਗੁਰੂ ਦੇ ਸਿਧਾਂਤ ਤੇ ਅੰਮ੍ਰਿਤ ਅਤੇ ਬਾਣੀ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲ ਕਰੀਏ। ਸਤਿਗੁਰੂ ਜੀ ਰਹਿਮਤ ਕਰਨ। ਸਰਬੱਤ ਸਾਧ ਸੰਗਤ ਨੂੰ ਦਰੋਂ ਕਰੋਂ ਨਾਮ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹੋਏ ਆਪਣੇ ਚਰਨ ਕਮਲਾਂ ਦਾ ਓਟ ਆਸਰਾ ਬਖਸ਼ਿਸ਼ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਦੇ ਹੋਏ ਸਾਰੇ ਹੀ ਬੜੇ ਪਿਆਰ ਸਤਿਕਾਰ ਦੇ ਨਾਲ ਅਸੀਸ ਬਖਸ਼ਿਸ਼ ਕਰੋ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।